ਜਿਹੜਾ ਬੰਦਾ 328 ਕਰੋੜ ਭਾਵ ਅਰਬਾਂ ਖਰਬਾਂ ਦਾ ਮਾਲਕ ਉਹਦੇ ਲਈ ਬਿਜਲੀ ਮੁਆਫ ਤੇ ਜਿਹੜੀ ਵਿਧਾਇਕ ਆ ਸਿਰਫ 24,000 ਦੀ ਮਾਲਕ ਉਹਨੂੰ ਦੇਣਾ ਪੈਣਾ ਬਿਜਲੀ ਦਾ ਬਿੱਲ। ਈਡੀ ਵੱਲੋਂ ਚੰਦ ਸਿੰਘ ਚੰਨੀ ਦੇ ਜਿਹੜੇ ਦੋ ਬੇਟੇ ਆ ਉਹਨਾਂ ਨੂੰ ਵੀ ਸਮਨ ਕੀਤਾ ਜਾ ਸਕਦਾ। ਜੋ ਨਸ਼ੇ ਜਾਂ ਹੋਰ ਮਾਫੀਆ ਨੂੰ ਲੈ ਕੇ ਜਿਹੜੀ ਆ ਡਾਕਟਰ ਬਲਜੀਤ ਕੌਰ ਨੇ ਵੋਟਾਂ ਮੰਗੀਆਂ ਸੀਆਂ ਉਹ ਸਾਰਾ ਕੁਝ ਉਸੇ ਤਰ੍ਹਾਂ ਚੱਲ ਰਿਹਾ, ਸਗੋਂ ਚੱਲ ਰਹੀ ਨਹੀਂ ਰਿਹਾ। ਉਹਦੇ ਵਿੱਚ ਕਈ ਸਾਰੇ ਉਹ ਲੋਕ ਵੀ ਇਨਵੋਲਵਮੈਂਟ ਆ ਜਿਨ੍ਹਾਂ ਦਾ ਸਰਕਾਰ ਨੂੰ ਜਾਂ ਬੀਬੀ ਡਾਕਟਰ ਬਲਜੀਤ ਕੌਰ ਨੂੰ ਗਿਆਨ ਆ। ਲੋਕ ਵੀ ਇਹੋ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਗਲਤ ਨਹੀਂ। ਜੇ ਸਾਰਾ ਕੁਝ ਗਲਤ ਹੋਇਆ ਤਾਂ ਇਸ ਕਰਕੇ ਹੋਇਆ ਕਿ ਅਕਾਲੀ ਦਲ ਬਾਦਲ ਕਹਿੰਦੇ ਹੱਥਾਂ ਵਿੱਚ ਚਲਾ ਗਿਆ। ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਪਿਤਾ ਜਿਹੜੇ ਆ ਉਹਨਾਂ ਨੂੰ ਆਸ ਆ ਕਿ ਜੇ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਰਹਿ ਗਿਆ ਉਹਨਾਂ ਦਾ ਜਾਂ ਸ਼੍ਰੋਮਣੀ ਕਮੇਟੀ ਉਹਨਾਂ ਕੋਲੇ ਇੱਕ ਮੰਚ ਵਜੋਂ ਰਹੀ ਤਦ ਉਹ ਜਿਹੜਾ ਮੁੜ ਕੇ ਆਪਣੇ ਪੈਰ ਆ ਸ਼ਾਇਦ ਉਹ ਲਗਾ ਲੈਣ। ਚਿੰਤਾ ਇਹ ਆ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਹੱਥੋਂ ਖਿਸਕਦੀ ਨਜ਼ਰ ਆਉਂਦੀ ਆ ਤੇ ਜੇ ਸ਼੍ਰੋਮਣੀ ਕਮੇਟੀ ਹੱਥੋਂ ਚਲੇ ਗਈ ਤਦ ਪਾਵਰ 'ਚ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਲਈ ਆਉਣਾ ਜਿਹੜਾ ਆ ਲਗਭਗ ਅਸੰਭਵ ਹੋ ਜਾਵੇਗਾ। ਅਰਵਿੰਦ ਕੇਜਰੀਵਾਲ ਨੂੰ ਹਾਲ ਦੀ ਘੜੀ ਲੱਗਦਾ ਕਿ ਉਹ ਪੰਜਾਬ ਤੋਂ ਬਾਅਦ ਕਈ ਹੋਰ ਸੂਬੇ ਜਿਹੜੇ ਉਹ ਸਰਚ ਕਰ ਸਕਦੇ ਆ ਤੇ ਉਹਨਾਂ ਦੀ ਅੱਖ ਜਿਹੜੀ ਆ ਉਹ 2024 ਉੱਤੇ ਆ। ਭਗਵੰਤ ਸਿੰਘ ਮਾਨ ਵੱਲੋਂ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਉਹਦੇ ਵਿੱਚ ਐਸਸੀ ਭਾਈਚਾਰੇ ਦੇ ਜਿੰਨੇ ਅਫਸਰ ਆ ਚਾਹੇ ਉਹ IAS ਹੋਣ ਚਾਹੇ IPS ਹੋਣ ਉਹਨਾਂ ਨੂੰ ਖੂੰਜੇ ਲਾ ਦਿੱਤਾ ਗਿਆ। ਦਾ ਖਾਲਸਾ ਟੀਵੀ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਿਆਰ ਕਰਨ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸਾ ਸਪੈਸ਼ਲ ਵਿੱਚ ਤੁਹਾਡਾ ਸਵਾਗਤ। ਕਮਲਜੀਤ ਸਿੰਘ ਬਣਵੈਦ ਦੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਸਵਾਗਤ, ਸਲਾਮ ਅਲੈਕਮ। ਪੰਜਾਬ ਅਸੈਂਬਲੀ ਵਿੱਚ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਅਤੇ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨਾਲੋਂ ਨਾਲ ਬਹਿੰਦੇ ਨੇ। ਕੁਲਵੰਤ ਸਿੰਘ ਉਹਨਾਂ ਦਾ ਸੰਬੰਧ SC ਭਾਈਚਾਰੇ ਨਾਲ ਆ ਤੇ ਜਨਰਲ ਵਰਗ ਨਾਲ ਸੰਬੰਧ ਰੱਖਦੇ ਨੇ ਨਰਿੰਦਰ ਕੌਰ ਭਰਾਜ। ਕੁਲਵੰਤ ਸਿੰਘ ਉਹਨਾਂ ਦੀ ਜਾਇਦਾਦ 238 ਕਰੋੜ ਤੇ ਨਰਿੰਦਰ ਕੌਰ ਭਰਾਜ ਦੀ ਕੁੱਲ ਸੰਪਤੀ 24,000। ਨਰਿੰਦਰ ਕੌਰ ਭਰਾਜ ਨੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੂੰ ਹਰਾਇਆ ਤੇ ਸਿਹਤ ਮੰਤਰੀ ਬਲਵੀਰ ਸਿੰਘ ਹਾਰ ਗਏ ਸਨ ਕੁਲਵੰਤ ਸਿੰਘ ਦੇ ਹੱਥੋਂ। ਭਗਵੰਤ ਸਿੰਘ ਮਾਨ ਹੋਣਾ ਨੇ 300 ਯੂਨਿਟ ਬਿਜਲੀ ਫ੍ਰੀ ਦੇਣ ਦਾ ਐਲਾਨ ਕੀਤਾ। ਜੇ ਨਰਿੰਦਰ ਕੌਰ ਭਰਾਜ 645 ਜਾਂ 650 ਯੂਨਿਟਾਂ ਫੂਕਦੇ ਆ ਤਾਂ ਉਹਨਾਂ ਨੂੰ ਦੇਣਾ ਪੈਣਾ 650 ਯੂਨਿਟਾਂ ਦਾ ਬਿੱਲ। ਤੇ ਇਹਦੇ ਉਲਟ ਜੇ ਕੁਲਵੰਤ ਸਿੰਘ ਹੁਣੀ 650 ਯੂਨਿਟਾਂ ਫੂਕਦੇ ਨੇ ਤਾਂ ਉਹਨਾਂ ਨੂੰ ਦੇਣਾ ਪੈਣਾ ਸਿਰਫ 50 ਯੂਨਿਟਾਂ ਦਾ ਬਿੱਲ। ਜਿਹੜਾ ਬੰਦਾ 328 ਕਰੋੜ ਭਾਵ ਅਰਬਾਂ ਖਰਬਾਂ ਦਾ ਮਾਲਕ ਉਹਦੇ ਲਈ ਬਿਜਲੀ ਮੁਆਫ ਤੇ ਜਿਹੜੀ ਵਿਧਾਇਕਾ ਸਿਰਫ 24,000 ਦੀ ਮਾਲਕ ਉਹਨੂੰ ਦੇਣਾ ਪੈਣਾ ਬਿਜਲੀ ਦਾ ਬਿੱਲ। ਭਗਵੰਤ ਸਿੰਘ ਮਾਨ ਹੋਣਾ ਦਾ 300 ਯੂਨਿਟ ਬਿਜਲੀ ਮੁਆਫ ਕਰਨ ਦੀ ਗਰੰਟੀ ਜਿਹੜੀ ਦਿੱਤੀ ਆ ਉਹਦੀ ਸ਼ਲਾਘਾ ਵੀ ਹੋ ਰਹੀ ਆ ਤੇ ਆਲੋਚਨਾ ਵੀ। ਆਲੋਚਨਾ ਜਦੋਂ ਲੋਕ ਕਰਦੇ ਆ ਤਾਂ ਉਹ ਤੁਲਨਾ ਕਰਦੇ ਆ ਕੁਲਵੰਤ ਸਿੰਘ ਤੇ ਭਰਾਜ ਦੀ। ਭਾਵ ਮੇਰਾ ਇਹ ਕਿ ਸਾਡੇ ਸਮਾਜ ਵਿੱਚ ਕੁਲਵੰਤ ਸਿੰਘ ਤੇ ਭਰਾਜ ਵੱਡੀ ਗਿਣਤੀ 'ਚ ਬੈਠੇ ਨੇ। ਕੁਲਵੰਤ ਸਿੰਘ ਉਹਨਾਂ ਦਾ ਚਾਹੇ ਸੰਬੰਧ SC ਨਾਲ ਆ ਪਰ ਜੇ ਉਹ ਅਰਬਾਂ ਖਰਬਾਂ ਪਤੀ ਆ ਤਾਂ ਉਹਨਾਂ ਨੂੰ ਕਿਹੜੀ ਲੋੜ ਪੈ ਗਈ ਸਬਸਿਡੀ ਦੀ। ਤੇ ਨਰਿੰਦਰ ਕੌਰ ਭਰਾਜ ਜਿਹੜੇ ਜਨਰਲ ਵਰਗ ਦੇ ਨੇ ਜੇ ਉਹ ਆਰਥਿਕ ਤੌਰ ਤੇ ਉਹ ਐਡੀ ਮਜ਼ਬੂਤ ਨਹੀਂ ਹੈਗੇ ਤਾਂ ਲੋੜ ਤਾਂ ਉਹਨਾਂ ਨੂੰ ਸੀ ਸਬਸਿਡੀ ਦੀ। ਇਹੋ ਫਾਰਮੂਲਾ ਜਿਹੜਾ ਲੈ ਕੇ ਇੱਥੇ ਕਾਫੀ ਫਿਕਰਮੰਦੀ ਚੱਲ ਰਹੀ ਆ, ਕਾਫੀ ਜਿਹੜੀ ਚਿੰਤਾ ਕਰ ਰਹੀ ਆ, ਕਾਫੀ ਆਲੋਚਨਾ ਹੋ ਰਹੀ ਆ, ਇਹਦੀ ਕਾਫੀ ਆਪਾਂ ਕਹਿ ਰਹੀ ਆ ਕਿ ਚੀਰ ਫੜ ਹੋ ਰਹੀ ਆ। ਭਗਵੰਤ ਸਿੰਘ ਮਾਨ ਨੇ ਇਹ ਵੀ ਕਹਿ ਦਿੱਤਾ ਕਿ ਕਿਸਾਨਾਂ ਨੂੰ ਬਿਜਲੀ ਜਿਹੜੀ ਆ ਮੁਫਤ ਮਿਲਦੀ ਰਹੇਗੀ, ਸਨਅਤਕਾਰਾਂ ਨੂੰ ਜਿਹੜੀ ਰਿਆਇਤ ਦਿੱਤੀ ਗਈ ਆ ਉਹ ਵੀ ਜਾਰੀ ਰਹੇਗੀ। ਤੇ ਲੋਕ ਤਾਂ ਇਹ ਆਸ ਰੱਖਦੇ ਸੀ ਭਾਈ ਕਿ ਜੇ 10 ਏਕੜ ਤੋਂ ਵੱਧ ਵਾਲੇ ਕਿਸਾਨ ਇਹ ਸਬਸਿਡੀ ਲੈ ਰਹੇ ਆ ਤਾਂ ਉਹਨਾਂ ਨੂੰ ਲੋੜ ਕੀ ਆ। ਤੇ ਜਿਹੜੇ ਆਮ ਲੋਕ ਆ ਜਿਨ੍ਹਾਂ ਕੋਲ 2.5 ਏਕੜ ਜ਼ਮੀਨ ਆ ਜਾਂ 5 ਏਕੜ ਜ਼ਮੀਨ ਆ ਲੋੜ ਤਾਂ ਸਬਸਿਡੀ ਦੀ ਉਹਨਾਂ ਨੂੰ ਆ। ਫਿਰ ਇੱਥੇ ਇੱਕ ਹੋਰ ਵੀ ਗੱਲ ਪਤਾ ਲੱਗੀ ਆ ਕਿ ਜਿਨ੍ਹਾਂ ਲੋਕਾਂ ਕੋਲੇ 10 ਏਕੜ ਤੋਂ ਉੱਤੇ ਜ਼ਮੀਨ ਆ ਉਹਨਾਂ ਕੋਲੇ 5 ਤੋਂ ਲੈ ਕੇ 7-8 ਮੋਟਰਾਂ ਆ। 5-7 ਏਕੜ ਨੂੰ ਇੱਕ ਜਿਹੜੀ ਮੋਟਰ ਆ ਉਹ ਜ਼ਰੂਰਤ ਹੁੰਦੀ ਆ ਤੇ ਜਿਹਦੇ ਕੋਲੇ 100 ਏਕੜ ਆ ਇਹਦਾ ਮਤਲਬ ਇਹ ਕਿ ਉਹ ਕੋਲ 10-12 ਮੋਟਰਾਂ ਹੋ ਗਈਆਂ। ਸੋ 10-12 ਮੋਟਰਾਂ ਦੀ ਜਿਹੜੀ ਸਬਸਿਡੀ ਮਿਲ ਰਹੀ ਆ ਉਹ ਦੂਜੇ ਪਾਸੇ ਜਿਹੜੀ ਉਹਦੀ ਹੈਗੀ ਆ ਬੱਟਕ ਖੇਤੀ ਦੀ ਉਹ ਬਹੁਤ ਵੱਡੀ ਆ। ਸੋ ਵੈਸੇ ਤਾਂ ਭਗਵੰਤ ਸਿੰਘ ਮਾਨ ਹੋਣਾ ਨੇ ਜੋ ਫੈਸਲਾ ਲਿਆ ਉਹਦੀ ਚੀਰ ਫੜ ਹੋਵੇ, ਆਲੋਚਨਾ ਹੋਵੇ, ਫਿਕਰਮੰਦੀ ਹੋਵੇ, ਵੱਖਰੀ ਗੱਲ ਆ। ਪਰ ਮੈਨੂੰ ਇੱਕ ਗੱਲ ਇਹ ਲੱਗਦੀ ਆ ਕਿ ਜੇ ਭਗਵੰਤ ਸਿੰਘ ਮਾਨ ਹੋਣੀ ਸਿਰਫ ਇਸ ਫੈਸਲੇ ਨਾਲ ਜਿਹੜੀ ਹੈਗੀ ਆ ਇਹ ਸਾਡਾ ਜਿਹੜਾ ਇੱਕ ਆਪਾਂ ਕਹੀਏ ਪਾੜਾ ਹੈਗਾ ਜਾਂ ਆਪਾਂ ਕਹਿ ਲਈਏ ਜੋ ਪਹਿਲਾਂ ਤੋਂ ਜਬਸ਼ਨ ਚੱਲ ਰਹੀ ਆ ਉਹਨੂੰ ਤੋੜ ਦਿੰਦੇ ਸ਼ਾਇਦ ਸੰਭਵ ਨਹੀਂ ਸੀਗਾ। ਜੇ ਭਗਵੰਤ ਸਿੰਘ ਮਾਨ ਹੋਣਾ ਨੇ
ਇਹ ਜਿਹੜਾ ਪਾੜਾ ਆ ਜਾਂ ਇਹ ਜਿਹੜੀ ਇੱਕ ਦਰਜਾਬੰਦੀ ਆ ਖਤਮ ਕਰਨੀ ਆ ਤਾਂ ਇਹਨੂੰ ਪੂਰਾ ਸਿਸਟਮ ਜਿਹੜਾ ਆ ਉਹਨੂੰ ਤੋੜਨਾ ਪਊਗਾ। ਭਾਵ ਇਹ ਕਿ ਜਿਹੜੀ ਪਹਿਲਾਂ ਰਿਜ਼ਰਵੇਸ਼ਨ ਦੇ ਆਧਾਰ ਤੇ ਸਹੂਲਤਾਂ ਮਿਲਦੀਆਂ ਉਹਨਾਂ ਬਾਰੇ ਵੀ ਜਿਹੜੀ ਮੁੜ ਵਿਚਾਰ ਆ ਉਹ ਕਰਨਾ ਪਊਗਾ। ਵੈਸੇ ਇੱਥੇ ਇੱਕ ਗੱਲ ਮੇਰੇ ਹੁਣੇ ਜਿਹਨ 'ਚ ਆ ਰਹੀ ਆ ਕਿ SR ਲੱਦੜ ਇੱਕ ਸਾਬਕਾ IAS ਅਫਸਰ ਨੇ। ਉਹਨਾਂ ਨੇ ਪਹਿਲਾਂ ਰਿਟਾਇਰ ਹੋ ਕੇ ਆਪਣੀ ਪਾਰਟੀ ਖੜੀ ਕੀਤੀ ਸੀ, ਫਿਰ ਉਹ BJP ਸ਼ਾਮਿਲ ਹੋ ਗਏ। ਕੱਲ੍ਹ ਉਹਨਾਂ ਨੇ ਇੱਕ ਮੈਸੇਜ ਪਾਇਆ, ਉਹ ਮੈਸੇਜ ਇਹ ਕਹਿੰਦਾ ਕਿ ਭਗਵੰਤ ਸਿੰਘ ਮਾਨ ਵੱਲੋਂ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਉਹਦੇ ਵਿੱਚ SC ਭਾਈਚਾਰੇ ਦੇ ਜਿੰਨੇ ਅਫਸਰ ਆ, ਚਾਹੇ ਉਹ IAS ਹੋਣ ਚਾਹੇ IPS ਹੋਣ, ਉਹਨਾਂ ਨੂੰ ਖੂੰਜੇ ਲਾ ਦਿੱਤਾ ਗਿਆ। ਸੋ ਵੈਸੇ ਤਾਂ ਭਗਵੰਤ ਸਿੰਘ ਮਾਨ ਹੁਣ ਜਿਹੜੀ ਬਦਲੀਆਂ ਆ ਉਹ ਜਿਵੇਂ ਕਰ ਰਹੇ ਆ ਉਹਦੇ ਵਿੱਚ ਚੰਗਾਪਣ ਵੀ ਕਾਫੀ ਦਿਸ ਰਿਹਾ, ਤੇ ਇਹ ਵੀ ਪਤਾ ਲੱਗ ਰਿਹਾ ਕਿ ਜਿਹੜੇ ਇਮਾਨਦਾਰ ਅਫਸਰ ਆ ਉਹ ਵੀ ਟਾਲਾ ਵੱਟ ਰਹੇ ਆ ਕਿ ਉਹ ਜ਼ਿੰਮੇਵਾਰ ਡਿਊਟੀਆਂ 'ਤੇ ਨਾ ਆਉਣ, ਕਿਉਂਕਿ ਉਹ ਡਰਦੇ ਆ ਕਿ ਉਹਨਾਂ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ, ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਆ ਉਹ ਆਪਾਂ ਕਹੀਏ ਬੇਲਗਾਮ ਹੋਈ ਫਿਰਦੇ ਆ। ਗੱਲ ਬੇਲਗਾਮੀ ਦੀ ਆ ਤਾਂ ਇੱਥੇ ਮੇਰੇ ਯਾਦ 'ਚ ਆ ਗਿਆ ਕਿ ਆਮ ਆਦਮੀ ਪਾਰਟੀ ਦੀ ਮੰਤਰੀ ਸਾਹਿਬਾਂ ਨੇ ਡਾਕਟਰ ਬਲਜੀਤ ਕੌਰ, ਉਹਨਾਂ ਦੇ ਘਰ ਮੂਹਰੇ ਕੱਲ੍ਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਧਰਨਾ ਲਾ ਦਿੱਤਾ। ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਦੋਸ਼ ਹੈ ਕਿ ਬੀਬੀ ਬਲਜੀਤ ਕੌਰ ਲੋਕਾਂ ਨੂੰ ਟੋਕਨ ਦੇ ਕੇ ਮਿਲਦੇ ਆ। ਭਾਵ ਜੇ ਉਹਨਾਂ ਦੇ ਘਰੇ ਕਿਸੇ ਨੇ ਮਿਲਣ ਜਾਣਾ ਹੋਵੇ ਤਾਂ ਰਿਸੈਪਸ਼ਨ ਦੇ ਟੋਕਨ ਇਸ਼ੂ ਹੁੰਦਾ, ਟੋਕਨ ਤੋਂ ਬਾਅਦ ਜੇ ਤੁਹਾਡੀ ਵਾਰੀ ਆਊਗੀ ਤਾਂ ਤੁਸੀਂ ਮਿਲ ਸਕਦੇ ਆ। ਵੈਸੇ ਜਿਹੜਾ ਧਰਨਾ ਦਿੱਤਾ ਗਿਆ ਉਹ 'ਚ ਇਲਜ਼ਾਮ ਤਾਂ ਇਹ ਵੀ ਲੱਗਾ ਕਿ ਜਿਹੜੀ ਡਾਕਟਰ ਬਲਜੀਤ ਕੌਰ ਨੇ ਉਹ ਉਹਨਾਂ ਲੋਕਾਂ ਦੁਆਲੇ ਘਿਰ ਗਏ, ਉਹਨਾਂ ਲੋਕਾਂ ਦੇ ਵਿੱਚ ਘਿਰ ਗਏ ਜਿਹੜੇ ਲੋਕ ਕਾਂਗਰਸ ਦੇ ਵੇਲੇ ਜਿਹੜੇ ਮੰਤਰੀ ਦੇ ਆਲੇ ਦੁਆਲੇ ਫਿਰਦੇ ਰਹੇ ਆ। ਤੇ ਨਾਲ ਹੀ ਦੋਸ਼ ਇਹ ਵੀ ਹੈ ਲੋਕਾਂ ਦਾ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਕਿ ਜੋ ਨਸ਼ੇ ਜਾਂ ਹੋਰ ਮਾਫੀਆ ਨੂੰ ਲੈ ਕੇ ਜਿਹੜੀ ਆ ਡਾਕਟਰ ਬਲਜੀਤ ਕੌਰ ਨੇ ਵੋਟਾਂ ਮੰਗੀਆਂ ਸੀਆਂ, ਉਹ ਸਾਰਾ ਕੁਝ ਉਸੇ ਤਰ੍ਹਾਂ ਚੱਲ ਰਿਹਾ, ਸਗੋਂ ਚੱਲ ਰਹੀ ਨਹੀਂ ਰਿਹਾ। ਉਹਦੇ ਵਿੱਚ ਕਈ ਸਾਰੇ ਉਹ ਲੋਕ ਵੀ ਇਨਵੋਲਵਮੈਂਟ ਆ ਜਿਨ੍ਹਾਂ ਦਾ ਸਰਕਾਰ ਨੂੰ ਜਾਂ ਬੀਬੀ ਡਾਕਟਰ ਬਲਜੀਤ ਕੌਰ ਨੂੰ ਗਿਆਨ ਆ। ਵੈਸੇ ਡਾਕਟਰ ਬੀਬੀ ਦਲਜੀਤ ਕੌਰ ਨੇ ਸ਼ੁਰੂ 'ਚ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਜਿਨ੍ਹਾਂ ਨੇ ਮੇਰੇ ਨਾਲ ਗੱਲ ਕਰਨੀ ਆ ਅੰਦਰ ਆ ਜਾਣ, ਪਰ ਬਾਅਦ 'ਚ ਪਤਾ ਤੁਹਾਨੂੰ ਵੀ ਲੋਕ ਸ਼ਕਤੀ ਅੱਗੇ ਜਿਹੜਾ ਆ ਕੋਈ ਵਿਧਾਇਕ ਹੋਵੇ ਜਾਂ ਮੰਤਰੀ ਹੋਵੇ ਉਹ ਟਿਕ ਨਹੀਂ ਸਕਦਾ ਹੁੰਦਾ। ਪਰ ਇੱਥੇ ਇੱਕ ਗੱਲ ਇਹ ਆ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇਤਾ ਜਾਂ ਵਿਧਾਇਕ ਆ ਉਹਨਾਂ ਦੀਆਂ ਇੱਕ ਤਰ੍ਹਾਂ ਨਾਲ ਆਪ ਖੁਦਰੇ ਸ਼ੁਰੂ ਹੋ ਗਈਆਂ ਸੀਆਂ, ਭਗਵੰਤ ਸਿੰਘ ਮਾਨ ਨੂੰ ਵਿੱਚ ਦਖਲ ਦੇਣਾ ਪਿਆ ਸੀਗਾ। ਸੋ ਇਹ ਕਿ ਕਦੇ ਕਦੇ ਇੰਝ ਲੱਗਦਾ ਕਿ ਆਮ ਆਦਮੀ ਪਾਰਟੀ ਜਿਹਦੇ ਕੋਲ ਪ੍ਰਸ਼ਾਸਨਿਕ ਤਜਰਬਾ ਨਹੀਂ, ਜਿਨ੍ਹਾਂ ਨੂੰ ਨਾੜੀ ਮੰਨਿਆ ਜਾਂਦਾ, ਕਿਤੇ ਬੇਲਗਾਮ ਹੋ ਕੇ ਜਿਹੜਾ ਝਾੜੂ ਆ ਉਹ ਛੇਤੀ ਜਿਹੜਾ ਆ ਉਹ ਖਿੰਡਰ ਨਾ ਜਾਵੇ, ਤੀਲਾ ਨਾ ਹੋ ਜਾਵੇ। ਹੁਣ ਇੱਕ ਕਈ ਦਿਨਾਂ ਤੋਂ ਮੈਨੂੰ ਇੱਕ ਬਿਆਨ ਡਿਸਟਰਬ ਕਰ ਰਿਹਾ। ਉਹ ਬਿਆਨ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ। ਸੁਖਬੀਰ ਸਿੰਘ ਬਾਦਲ ਨੇ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਇਹ ਕਿਹਾ ਸੀ ਕਿ ਮੈਂ ਗਲਤ ਹੋ ਸਕਦਾ, ਮਲੂਕਾ ਗਲਤ ਹੋ ਸਕਦਾ, ਪਰ ਸ਼੍ਰੋਮਣੀ ਅਕਾਲੀ ਦਲ ਗਲਤ ਨਹੀਂ ਹੈਗਾ। ਬਿਲਕੁਲ ਲੋਕ ਵੀ ਇਹੋ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਗਲਤ ਨਹੀਂ। ਜੇ ਸਾਰਾ ਕੁਝ ਗਲਤ ਹੋਇਆ ਤਾਂ ਇਸ ਕਰਕੇ ਹੋਇਆ ਕਿ ਅਕਾਲੀ ਦਲ ਬਾਦਲ ਕਹਿੰਦੇ ਹੱਥਾਂ ਵਿੱਚ ਚਲਾ ਗਿਆ, ਬਾਦਲ ਕਹਿੰਦੇ ਕਬਜ਼ੇ ਹੇਠ ਆ ਗਿਆ, ਜਾਂ ਆਪਾਂ ਇਹ ਕਹਿ ਲਈਏ ਕਿ ਅਕਾਲੀ ਦਲ ਇੱਕ ਪਰਿਵਾਰ ਦਾ ਬਣ ਕੇ ਰਹਿ ਗਿਆ। ਤੇ ਦੂਜੀ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਉਹ ਇਹ ਕਿ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਈ ਲੋਕ ਜਿਹੜੇ ਇਸ ਵੇਲੇ ਕਬਜ਼ਾ ਕਰਨ ਨੂੰ ਫਿਰਦੇ ਆ। ਮੈਂ ਇੱਥੇ ਚੇਤੇ ਕਰਾਉਂਦਾ ਕਿ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਇਹ ਇਲਜ਼ਾਮ ਲੱਗਦਾ ਰਿਹਾ ਕਿ ਕਾਂਗਰਸ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨ ਨੂੰ ਫਿਰਦੀ ਆ, ਸਿੱਖਾਂ ਦੇ ਜਿਹੜੇ ਧਾਰਮਿਕ ਮਾਮਲਿਆਂ ਨੂੰ ਦਖਲ ਦੇ ਰਹੀ ਆ। ਤੇ ਹੁਣ ਇਹ ਜਿਹੜਾ ਦੋਸ਼ ਆ ਡਾਇਰੈਕਟਲੀ ਇਨਡਾਇਰੈਕਟਲੀ BJP ਉੱਤੇ ਲਾਇਆ ਜਾਣ ਲੱਗਾ। ਉਹ BJP ਜਿਹੜੀ ਦਹਾਕਿਆਂ ਬੱਧੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਪੰਜਾਬ ਉੱਤੇ ਰਾਜ ਕਰਦੀ ਰਹੀ ਆ, ਤੇ ਸ਼੍ਰੋਮਣੀ ਅਕਾਲੀ ਦਲ ਨੇ ਪੂਰੇ ਭਾਰਤ ਵਿੱਚ BJP ਨਾਲ ਮਿਲ ਕੇ ਜਿਹੜੀ ਆ ਉਹ ਇਲੈਕਸ਼ਨ ਲੜੀ ਆ, ਚਾਹੇ ਉਹ ਹਰਿਆਣਾ ਹੋਵੇ, ਚਾਹੇ ਉਹ ਦਿੱਲੀ ਹੋਵੇ, ਤੇ ਚਾਹੇ ਹੋਰ ਸੂਬੇ ਵੀ। ਹੁਣ ਜਦੋਂ ਦੋਹਾਂ ਦੀ ਸਾਂਝ ਪਿਆਲੀ ਨਹੀਂ ਰਹੀ ਤਾਂ ਇਹ ਇਲਜ਼ਾਮ ਜਿਹੜੇ BJP 'ਤੇ ਲੱਗਣ ਲੱਗੇ ਆ। ਪਰ ਸਾਡੇ ਸੂਤਰ ਇਹ ਵੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਰਗੜਿਆ ਜਾਣ ਲੱਗਾ। ਪਰ ਇੱਥੇ ਮੈਂ ਗੱਲ ਦੱਸਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਬਿਆਨ ਆ, ਵੈਸੇ ਤਾਂ ਇਹੀ ਜਿਹੜਾ ਆ ਕਈ ਜਿਹੜੇ ਆਪਾਂ ਕਹਿ ਦਈਏ ਕਿ ਚਿੰਤਕ ਆ ਉਹਨਾਂ ਨੂੰ ਡਿਸਟਰਬ ਕਰ ਰਿਹਾ, ਕਿਉਂਕਿ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਨਹੀਂ ਹੁੰਦਾ, ਜਾਂ ਆਪਾਂ ਕਹਿ ਲਈਏ ਕਿ ਗੁਰਦੁਆਰੇ ਜਿਹੜੇ ਆ ਉਹਨਾਂ ਉੱਤੇ ਕਬਜ਼ਾ ਨਹੀਂ ਹੁੰਦਾ, ਸਗੋਂ ਉਹਨਾਂ ਦੀ ਜਿਹੜੀ ਆ ਸੰਭਾਲ ਕੀਤੀ ਜਾਂਦੀ ਆ। ਤੇ ਮੈਂ ਇੱਥੇ ਗੱਲ ਕਹਿਦਾ ਕਿ ਗੁਰਦੁਆਰੇ ਸਾਹਿਬ ਵਿੱਚ ਤਾਂ ਸ਼ਬਦ ਗੁਰੂ ਹੁੰਦਾ, ਜਿਹਦੀ ਮਾਨਤਾ ਹੁੰਦੀ ਆ, ਜਿਹਦੀ ਪੂਜਾ ਹੁੰਦੀ ਆ, ਜਿਹਨੂੰ ਲੋਕ ਜਾ ਕੇ ਮੱਥਾ ਟੇਕਦੇ ਆ। ਤੇ ਕੀ ਸੁਖਬੀਰ ਸਿੰਘ ਬਾਦਲ ਅਨੁਸਾਰ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹ ਸ਼ਬਦ ਗੁਰੂ 'ਤੇ ਕਾਬਜ਼ ਹੋਣ ਫਿਰਦੀਆਂ? ਵੈਸੇ ਜਿਹੜੇ ਕਬਜ਼ਾ ਸ਼ਬਦ ਆ
ਇਹ ਮਹੰਤਾਂ ਲਈ ਵਰਤਿਆ ਗਿਆ ਸੀਗਾ। ਪਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਜਿਹੜਾ ਕਬਜ਼ਾ ਸ਼ਬਦ ਵਰਤਣਾ ਮੈਨੂੰ ਇਹ ਜਿਹੜਾ ਗੈਰ ਪ੍ਰਸੰਗਕ ਲੱਗਾ। ਪਰ ਫਿਰ ਵੀ ਜਿਹੜੀ ਉਹਨਾਂ ਦੀ ਚਿੰਤਾ ਆ ਉਹਦੇ ਵਿੱਚੋਂ ਕੁਝ ਹੋਰ ਬੋਲਦਾ ਉਹ ਇਹ ਕਿ ਉਹਨਾਂ ਨੂੰ ਇੰਝ ਲੱਗਦਾ ਕਿ ਜੇ ਸ਼੍ਰੋਮਣੀ ਕਮੇਟੀ ਵੀ ਹੱਥੋਂ ਖਿਸਕ ਗਈ, ਕਿਉਂਕਿ ਪਹਿਲਾਂ ਪੰਜਾਬ ਦੀ ਸੱਤਾ ਜਿਹੜੀ ਆ ਉਹ ਜਾਂਦੀ ਰਹੀ ਆ, ਪਹਿਲੀ ਟਰਮ ਕੈਪਟਨ ਅਮਰਿੰਦਰ ਸਿੰਘ ਲੈ ਗਿਆ ਇਹਨਾਂ ਕੋਲ ਖੋਹ ਕੇ, ਹੁਣ ਦੂਜੀ ਆਮ ਆਦਮੀ ਪਾਰਟੀ ਨੇ ਹਥਿਆ ਲਈ। ਸੋ ਉਹਨਾਂ ਨੂੰ ਇੰਝ ਲੱਗਦਾ ਕਿ ਜੇ ਇਹ 5 ਸਾਲਾਂ ਬਾਅਦ ਵੀ ਉਹ ਸੱਤਾ ਵਿੱਚ ਨਾ ਆਏ ਤਾਂ ਉਹ ਬਿਲਕੁਲ ਬਾਹਰ ਹੋ ਜਾਣਗੇ। ਕਿਹਾ ਤਾਂ ਇਹ ਵੀ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਵੀ ਹਾਸ਼ੀਏ ਤੋਂ ਬਾਹਰ ਆ, ਪਰ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਪਿਤਾ ਜਿਹੜੇ ਆ ਉਹਨਾਂ ਨੂੰ ਆਸ ਆ ਕਿ ਜੇ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਰਹਿ ਗਿਆ ਉਹਨਾਂ ਦਾ, ਜਾਂ ਸ਼੍ਰੋਮਣੀ ਕਮੇਟੀ ਉਹਨਾਂ ਕੋਲੇ ਇੱਕ ਮੰਚ ਵਜੋਂ ਰਹੀ, ਤਦ ਉਹ ਜਿਹੜਾ ਮੁੜ ਕੇ ਆਪਣੇ ਪੈਰ ਆ ਸ਼ਾਇਦ ਉਹ ਲਗਾ ਲੈਣ। ਪਰ ਇੱਥੇ ਆਪਾਂ ਇਹ ਵੀ ਕਿਵੇਂ ਭੁੱਲ ਜਾਈਏ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬਾਦਲ ਦੇ ਹੱਥਾਂ ਵਿੱਚ ਚੱਲਦੀ ਰਹੀ ਆ, ਜਾਂ ਬਾਦਲ ਜਿਹੜੇ ਆ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਰਿਹਾ। ਤੇ ਇੱਕ ਸਮਾਂ ਸੀ ਜਦੋਂ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਤੇ SGPC ਨੂੰ ਜਿਹੜਾ ਆ ਉਹ ਜੋੜ ਕੇ ਦੇਖਿਆ ਜਾਂਦਾ ਰਿਹਾ। ਬਹੁਤ ਲੰਬਾ ਸਮਾਂ ਤੱਕ ਜਿਹੜੀ ਆ ਪੰਥ ਆ ਉਹਦੇ ਨਾਂ ਤੇ ਅਕਾਲੀ ਦਲ ਨੂੰ ਵੋਟਾਂ ਪੈਂਦੀਆਂ ਰਹੀਆਂ। ਹੁਣ ਲੋਕਾਂ ਨੂੰ ਜਦੋਂ ਇਹ ਸਮਝ ਆ ਗਈ ਕਿ ਪੰਥ ਤੇ ਅਕਾਲੀ ਦਲ ਇੱਕ ਨਹੀਂ ਹੈਗੇ, ਜਾਂ ਇਹ ਕਹਿ ਦਈਏ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਪੰਥਕ ਮੁੱਦਿਆਂ ਤੋਂ ਪਰੇ ਚਲਾ ਗਿਆ, ਤਦ ਲੋਕਾਂ ਨੇ ਜਿਹੜਾ ਉਹਨਾਂ ਨੂੰ ਹੋਰ ਦੂਰ ਧੱਕ ਦਿੱਤਾ। ਸੋ ਇਹ ਜਿਹੜੀ ਚਿੰਤਾ ਆ ਸੁਖਬੀਰ ਸਿੰਘ ਬਾਦਲ ਦੀ, ਇਹ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਿਸੇ ਹੋਰ ਦਾ ਕਬਜ਼ਾ ਹੋ ਰਿਹਾ। ਚਿੰਤਾ ਇਹ ਆ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਹੱਥੋਂ ਖਿਸਕਦੀ ਨਜ਼ਰ ਆਉਂਦੀ ਆ, ਤੇ ਜੇ ਸ਼੍ਰੋਮਣੀ ਕਮੇਟੀ ਹੱਥੋਂ ਚਲੇ ਗਈ ਤਦ ਪਾਵਰ 'ਚ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਆਉਣਾ ਜਿਹੜਾ ਆ ਲਗਭਗ ਅਸੰਭਵ ਹੋ ਜਾਵੇਗਾ। ਵੈਸੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਚਿੰਤਾ ਪ੍ਰਗਟ ਕਰਦਾ ਕਿ ਦਿੱਲੀ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਆ, ਦਿੱਲੀ ਸਿੱਖ ਮੈਨੇਜਮੈਂਟ ਪ੍ਰਬੰਧਕ ਕਮੇਟੀ ਜਿਹੜੀ ਆ, ਉਹਦੇ ਉੱਤੇ ਵੀ BJP ਨੇ ਕਬਜ਼ਾ ਕਰ ਲਿਆ। ਪਰ ਇਹ ਸਵਾਲ ਸਾਡੇ ਮਨਾਂ ਵਿੱਚ ਬਹੁਤ ਵਾਰੀ ਆਉਂਦਾ ਕਿ ਜਦੋਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਮੈਨੇਜਮੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ, ਉਦੋਂ ਉਹ BJP ਦੇ MLA ਵੀ ਸੀਗੇ। ਕੀ ਉਦੋਂ ਉਹਨਾਂ ਨੂੰ ਇਹ ਨਹੀਂ ਸੀ ਲੱਗਦਾ ਕਿ ਜਿਹੜੀ BJP ਆ ਉਹ ਦਿੱਲੀ ਕਮੇਟੀ 'ਤੇ ਕਬਜ਼ਾ ਕਰ ਰਹੀ ਆ? ਕੀ ਉਹਨਾਂ ਨੂੰ ਇਹ ਨਹੀਂ ਸੀ ਲੱਗਦਾ ਜਦੋਂ ਸਿਰਸਾ ਸਾਹਿਬ ਪ੍ਰਧਾਨ ਸੀਗੇ ਤਾਂ ਉਹਨਾਂ ਦੀ ਪਾਰਟੀ ਦੇ ਕਈ ਸਾਰੇ ਜਿਹੜੇ ਲੀਡਰ ਆ ਉਹ BJP ਦੀ ਚੋਣ ਨਿਸ਼ਾਨ ਤੋਂ ਜਾਂ BJP ਵੱਲੋਂ ਜਿਹੜੀਆਂ ਆ ਕੌਂਸਲ ਦੀ ਇਲੈਕਸ਼ਨ ਲੜਦੇ ਰਹੇ, ਨਗਰ ਨਿਗਮ ਦੀਆਂ। ਸੋ ਇਹ ਜਿਹੜੀ ਨਵੀਂ ਚਿੰਤਾ ਇਹ ਨਵੀਂ ਚਿੰਤਾ ਇਸ ਕਰਕੇ ਨਹੀਂ ਹੈ ਕਿ ਸੱਚਮੁੱਚ ਹੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਕਿ ਦੂਜੇ ਦਾ ਕੋਈ ਕਬਜ਼ਾ ਨਾ ਕਰ ਲੈਣ, ਪਰ ਚਿੰਤਾ ਇਹ ਆ ਕਿ ਜੇ ਸ਼੍ਰੋਮਣੀ ਕਮੇਟੀ ਹੱਥੋਂ ਚਲ ਗਈ ਤਾਂ ਉਹਨਾਂ ਕੋਲੇ ਖੇਡਣ ਲਈ ਕੋਈ ਸਟੇਜ ਨਹੀਂ ਬਚਣੀ ਹੈ। ਉਂਝ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਲਾਸਟ ਵਾਰੀ ਚੋਣਾਂ ਜਿਹੜੀਆਂ ਉਹ 2011 'ਚ ਹੋਈਆਂ ਸੀਗੀਆਂ। ਹੁਣ ਚੋਣਾਂ ਡਿਊ ਆ, ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਾ ਦਿੱਤਾ ਗਿਆ ਤੇ ਚੋਣਾਂ ਦਾ ਐਲਾਨ ਕਿਸੇ ਵੇਲੇ ਹੋ ਸਕਦਾ। ਪਰ ਇੱਥੇ ਇਹ ਗੱਲ ਕਹਿਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੰਨੀ ਬੇਆਸ ਬੇਉਮੀਦੀ ਨਹੀਂ ਕਰਨੀ ਚਾਹੀਦੀ, ਕਿਉਂਕਿ ਪਿਛਲੇ ਸਮੇਂ ਦੀ ਆਪਾਂ ਗੱਲ ਕਰ ਲਈਏ ਤਾਂ ਵੱਖ-ਵੱਖ ਪੰਥਕ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੁੰਦੀਆਂ ਰਹੀਆਂ, ਅਕਾਲੀ ਦਲ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਅਕਾਲੀ ਦਲ ਜਿਹੜਾ ਆ SGPC ਤੇ ਚੋਣਾਂ ਹਮੇਸ਼ਾ ਜਿੱਤ ਕੇ ਆਉਂਦਾ ਰਿਹਾ। ਕਾਂਗਰਸ ਨੇ ਵੀ ਕਹੀਏ ਕਿ ਡਾਇਰੈਕਟਲੀ ਇਨਡਾਇਰੈਕਟਲੀ ਆਪਣੇ ਉਮੀਦਵਾਰ ਖੜੇ ਕੀਤੇ। ਹੁਣ ਆਮ ਆਦਮੀ ਪਾਰਟੀ ਵੀ ਆਪਣੇ ਜਿਹੜੇ ਉਮੀਦਵਾਰ ਆ ਉਹ ਡਾਇਰੈਕਟਲੀ ਇਨਡਾਇਰੈਕਟਲੀ ਖੜੇ ਕਰ ਸਕਦੀ ਆ। BJP ਜਿਹੜੀ ਆ ਉਹ ਮੁੜ ਕਿਸਮਤ ਅਜਮਾਊਗੀ। ਪਰ ਹਾਲ ਦੀ ਘੜੀ ਜਿਹੜਾ ਆ ਉਹ ਵੱਖਰੀ ਗੱਲ ਆ ਕਿ ਲੋਕ ਜਿਹੜੇ ਆ ਉਹ ਦਲ ਨਾਲੋਂ ਟੁੱਟ ਚੁੱਕੇ ਆ। ਪਰ ਸੌਖਾ ਇਸ ਕਰਕੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਇਹੋ ਜਿਹਾ ਲਕੂਨਾ ਰੱਖਿਆ ਹੋਇਆ ਕਿ ਸ਼੍ਰੋਮਣੀ ਉਹਦੇ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪਤਤ ਸਿੱਖ ਵੋਟ ਨਹੀਂ ਪਾ ਸਕਣਗੇ। ਭਾਵ ਇਹ ਕਿ ਉਹ ਸਿੱਖ ਜਿਹੜੇ ਸਿੱਖੀ ਸਰੂਪ 'ਚ ਪੂਰੇ ਆ ਉਹੀ ਵੋਟ ਪਾ ਸਕਦੇ ਆ, ਉਹੀ ਜਿਹੜੇ ਆ ਇਲੈਕਸ਼ਨ 'ਚ ਲੜ ਸਕਦੇ ਆ। ਸੋ ਅਕਾਲੀ ਦਲ ਦਾ ਜਿਹੜਾ ਕੇਡਰ ਆ ਜਿਹੜਾ ਪੰਥ ਦੇ ਨਾਲ ਦੇ ਜੁੜਿਆ ਹੋਇਆ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਹੁ ਗਿਣਤੀ ਵਿੱਚ ਆ। ਪਰ ਫਿਰ ਵੀ ਆਪਾਂ ਕਹਿ ਦਈਏ ਕਿ ਜਿਹੜਾ ਕਹਿੰਦੇ ਹੁੰਦੇ ਆ ਲੱਸੀ ਨੂੰ ਫੂਕਾ ਮਾਰਨ ਪੀਂਦਾ ਦੁੱਧ ਦਾ ਸੜਿਆ ਹੋਇਆ, ਤੇ ਸੁਖਬੀਰ ਸਿੰਘ ਬਾਦਲ ਹੋਣੀ ਕਿਉਂਕਿ 2 ਵਾਰੀ ਸੱਤਾ ਤੋਂ ਬਾਹਰ ਹੋ ਗਏ, ਇਸ ਕਰਕੇ ਜਿਹੜੀ ਉਹਨੂੰ ਚਿੰਤਾ ਕਰਨੀ ਆ ਉਹ ਕਿਸੇ ਨਾ ਕਿਸੇ ਹੱਦ ਤੱਕ ਜਾਇਜ਼ ਆ। ਪਰ ਅਸਲ 'ਚ ਗੱਲ ਇਹ ਆ ਕਿ ਸ਼੍ਰੋਮਣੀ ਕਮੇਟੀ ਨੂੰ ਜਿਵੇਂ ਬਾਦਲ ਵਰਤਦੇ ਆ ਰਹੇ ਆ, ਲੋਕਾਂ ਦੀ ਵਿਸ਼ਵਾਸ ਜਿਹੜਾ ਆ ਉਹ ਟੁੱਟਿਆ ਆ। ਪਰ ਚਾਹੀਦਾ ਇਹ ਆ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਲਾਂਭੇ ਰੱਖਿਆ ਜਾਵੇ। ਜਿਵੇਂ ਕਿ ਆਪਾਂ ਇਹ ਵੀ ਕਹਿ ਦਈਏ ਕਿ ਚਰਚਾ ਚੱਲਦੀ ਰਹੀ ਆ ਕਿ ਸ਼੍ਰੋਮਣੀ ਕਮੇਟੀ ਜਿਹੜੇ ਮੈਂਬਰ ਜਿਹੜੇ ਹੈਗੇ ਆ ਮੈਂਬਰ ਜਾਂ ਮੁਲਾਜ਼ਮ ਆ ਉਹ ਬਾਦਲਾਂ ਦੇ ਹੱਕ 'ਚ ਭੁਗਤਦੇ ਜਾਂ ਭੁਗਤਾਉਂਦੇ ਜਾਂਦੇ ਰਹੇ ਆ। ਪਰ ਦੇਖੋ ਮੈਨੂੰ ਇੰਝ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਆ। ਉਹਦੇ ਵਿੱਚ ਹਰਿਆਣਾ ਦੇ ਕਈ ਗੁਰਦੁਆਰੇ ਸ਼ਾਮਲ ਆ, ਹਿਮਾਚਲ ਦੇ ਗੁਰਦੁਆਰੇ ਸ਼ਾਮਲ ਆ, ਪੰਜਾਬ ਦੇ ਤਾਂ ਹੈ ਹੀ ਹੈ। ਪਰ ਵਧੀਆ ਗੱਲ ਇਹ ਆ ਕਿ ਜੇ ਇਹ ਜਿਹੜਾ ਆ ਸ਼ਬਦ ਆ ਕਬਜ਼ਾ ਲੋਕਾਂ ਦੇ ਦਿਮਾਗ 'ਚੋਂ ਨਿਕਲ ਜਾਵੇ,
ਕਬਜ਼ਾ ਸੁਖਬੀਰ ਸਿੰਘ ਬਾਦਲ ਦੇ ਦਿਲ ਤੋਂ ਨਿਕਲ ਜਾਵੇ ਤੇ ਜੇ ਉਹਨਾਂ ਦੇ ਮਨ 'ਚ ਇਹ ਸ਼ਬਦ ਆ ਜਾਏ ਕਿ ਗੁਰਦੁਆਰਿਆਂ ਦੀ ਤੇ ਕਬਜ਼ਾ ਨਹੀਂ ਹੁੰਦਾ, ਸਗੋਂ ਜਿਹੜੀ ਆ ਉਹ ਸੇਵਾ ਸੰਭਾਲ ਹੁੰਦੀ ਆ। ਹੁਣ ਇੱਕ ਗੱਲ ਜਿਹੜੀ ਕਰਨੀ ਬਣਦੀ ਉਹ ਜ਼ਰੂਰੀ ਕਾਂਗਰਸ ਬਾਰੇ ਕਿ ਪੰਜਾਬ ਕਾਂਗਰਸ ਵਿੱਚ ਬਖੇੜਾ ਦਾ ਖੜਾ ਹੀ ਖੜਾ, ਰੌਲਾ ਦਾ ਪਿਆ ਹੋਇਆ, ਪਰ ਜਿਹੜੀ ਹਾਈ ਕਮਾਂਡ ਆ ਉਹਦੀ ਕਮਰ ਜਿਹੜੀ ਆ ਉਹ ਵੀ ਮਜ਼ਬੂਤ ਨਹੀਂ ਰਹੀ। ਹਾਈ ਕਮਾਂਡ ਨੇ ਇੱਕ ਮੀਟਿੰਗ ਸੱਦੀ ਜਿਹਦੇ ਵਿੱਚ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੇ ਰਣਨੀਤੀਕਾਰ ਨੇ ਸਿਆਸਤ ਦੇ ਤੌਰ 'ਤੇ ਉਹ ਵੀ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਆ। ਹੋਰ ਕਈ ਲੀਡਰ ਜਿਹੜੇ ਆ ਉਹ ਵੀ ਬੁਲਾਏ ਗਏ, ਪਰ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੇ ਇਸ ਵਾਰੀ ਕਾਂਗਰਸ ਨੂੰ ਆਪਾਂ ਕਹਿ ਦਈਏ ਲੀਡ ਕਰਨਾ, ਜਾਂ ਆਪਾਂ ਕਹਿ ਦਈਏ ਕਾਂਗਰਸ ਨੇ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ 'ਤੇ ਤੁਰਨਾ ਆ। ਪ੍ਰਸ਼ਾਂਤ ਕਿਸ਼ੋਰ ਦੱਸਦਾ ਕਿ ਉਹ ਸ਼ਖਸੀਅਤ ਆ ਜਿਹੜੀ ਸ਼ਖਸੀਅਤ ਚਾਹੇ ਉਹ ਤ੍ਰਿਣਮੂਲ ਕਾਂਗਰਸ ਆ ਉਹਨੂੰ ਜਿਤਾਉਂਦੀ ਰਹੀ ਹੈ ਪੱਛਮੀ ਬੰਗਾਲ 'ਚ, ਚਾਹੇ ਕਾਂਗਰਸ ਸੀਗੀ 2017 ਵਿੱਚ ਇਹਨੂੰ ਜਿਤਾਇਆ ਪੀਕੇ ਨੇ, ਤੇ ਜੇ ਆਪਾਂ ਗੱਲ ਕਰ ਲਈਏ ਬੀਜੇਪੀ ਦੀ ਤਾਂ ਪੀਕੇ ਬੀਜੇਪੀ ਵਿੱਚ ਵੀ ਜਿਹੜਾ ਆ ਉਹਦੀ ਬਾਂਹ ਫੜ ਕੇ ਤੁਰਦਾ ਰਿਹਾ। ਸੋ ਇਸ ਵਾਰੀ ਜਿਹੜੀ ਕਾਂਗਰਸ ਆ, ਕਿਉਂਕਿ ਬੀਜੇਪੀ ਚਾਹੁੰਦੀ ਆ ਕਿ ਕਾਂਗਰਸ ਮੁਕਤ ਭਾਰਤ ਹੋਵੇ, ਤੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਕਾਂਗਰਸ ਦਾ ਬਦਲ ਬਣਨ ਦੀ ਕੋਸ਼ਿਸ਼ ਕਰਦੇ ਆ। ਉਂਝ ਪਤਾ ਸਾਨੂੰ ਇਹ ਵੀ ਲੱਗਾ ਕਿ ਕੌਮੀ ਪੱਧਰ 'ਤੇ ਬੀਜੇਪੀ ਦਾ ਵਿਰੋਧੀ ਇੱਕ ਗੱਠਜੋੜ ਖੜਾ ਹੋ ਰਿਹਾ। ਅਰਵਿੰਦ ਕੇਜਰੀਵਾਲ ਉਸ ਗੱਠਜੋੜ ਤੋਂ ਹਾਲ ਦੀ ਘੜੀ ਦੂਰੀ ਬਣਾਈ ਬੈਠੇ ਆ, ਤੇ ਇਹ ਵੀ ਕਹਿ ਦਈਏ ਕਿ ਉਹ ਗੱਠਜੋੜ ਜਿਹੜਾ ਬੀਜੇਪੀ ਦੇ ਉਲਟ ਖੜਾ ਹੋ ਰਿਹਾ ਉਹਨੂੰ ਕਈ ਥਾਂ ਅਰਵਿੰਦ ਕੇਜਰੀਵਾਲ ਆਪ ਇਕੱਲਿਆਂ ਤੌਰ 'ਤੇ ਟੱਕਰ ਦੇਣ ਨੂੰ ਫਿਰਦੇ ਆ। ਸੋ ਅਰਵਿੰਦ ਕੇਜਰੀਵਾਲ ਨੂੰ ਹਾਲ ਦੀ ਘੜੀ ਲੱਗਦਾ ਕਿ ਉਹ ਪੰਜਾਬ ਤੋਂ ਬਾਅਦ ਕਈ ਹੋਰ ਸੂਬੇ ਜਿਹੜੇ ਉਹ ਸਰਚ ਕਰ ਸਕਦੇ ਆ, ਤੇ ਉਹਨਾਂ ਦੀ ਅੱਖ ਜਿਹੜੀ ਆ ਉਹ 2024 ਉੱਤੇ ਆ। ਪਰ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਜਿਹੜਾ ਨਵਾਂ ਫਾਰਮੂਲਾ ਕੱਢਿਆ, ਉਹਨੇ ਕਿਹਾ ਕਿ ਕਾਂਗਰਸ ਨੂੰ 543 ਭਾਵ ਲੋਕ ਸਭਾ ਦੀਆਂ ਸਾਰੇ ਸੀਟਾਂ 'ਤੇ ਚੋਣ ਲੜਨ ਦੀ ਥਾਂ ਚਾਹੀਦਾ ਇਹ ਆ ਕਿ ਉਹ 357 ਸੀਟਾਂ 'ਤੇ ਜਿਹੜੀ ਇਲੈਕਸ਼ਨ ਆ ਉਹ ਲੜਨ। ਉਹ ਸੀਟਾਂ ਜਿਹੜੀਆਂ ਯੂਪੀ ਔਰ ਬਿਹਾਰ ਦੀਆਂ ਆ ਜਿਨ੍ਹਾਂ ਉੱਤੇ ਕਾਂਗਰਸ ਨੂੰ ਕਨਸੈਂਟਰੇਟ ਕਰਨਾ ਚਾਹੀਦਾ, ਤੇ ਬਾਕੀ ਸਾਰੀਆਂ ਸੀਟਾਂ ਜਿਹੜੀਆਂ ਆ ਉਹ ਭਾਈਵਾਲ ਪਾਰਟੀਆਂ ਨਾਲ ਰਲ ਕੇ ਲੜਨ, ਭਾਵ ਇਹਨਾਂ ਸੀਟਾਂ ਉੱਤੇ ਜਾਂ ਉਹਨਾਂ ਰਾਜਾਂ ਵਿੱਚ ਜਿਹੜਾ ਆ ਉਹ ਗੱਠਜੋੜ ਕਰ ਲਿਆ ਜਾਵੇ। ਇਹ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਰਣਨੀਤੀ ਆ ਇਹ ਕਾਂਗਰਸ ਨੂੰ ਰਾਸ ਆਉਂਦੀ ਆ ਕਿ ਨਹੀਂ, ਉਹਦੇ ਸਮਾਂ ਦੱਸੂਗਾ। ਪਰ ਪ੍ਰਸ਼ਾਂਤ ਕਿਸ਼ੋਰ ਜਿਹੜੇ ਆ ਉਹ ਕਾਂਗਰਸ ਦੇ ਹਾਲੇ ਤੱਕ ਕੋਈ ਨੇਤਾ ਨਹੀਂ ਹੈ, ਕੋਈ ਅਹੁਦਾ ਨਹੀਂ ਹੈ, ਤੇ ਜੇ ਪ੍ਰਸ਼ਾਂਤ ਕਿਸ਼ੋਰ ਬਗੈਰ ਅਹੁਦੇ ਤੋਂ ਕਾਂਗਰਸ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹਨੂੰ ਜਿਹੜੇ ਕਾਂਗਰਸੀ ਲੀਡਰ ਆ ਉਹ ਮਨਜ਼ੂਰ ਕਰਨਗੇ ਕਿ ਨਹੀਂ, ਪਤਾ ਹਾਲ ਦੀ ਘੜੀ ਇਹਦੇ ਬਾਰੇ ਕੁਛ ਕਿਹਾ ਜਾ ਸਕਦਾ। ਕਿਉਂਕਿ ਪੰਜਾਬ ਵਿੱਚ ਜਦੋਂ ਪ੍ਰਸ਼ਾਂਤ ਕਿਸ਼ੋਰ ਨੂੰ 2022 ਦੀਆਂ ਜਿਹੜੀਆਂ ਇਲੈਕਸ਼ਨਾਂ ਉਹਨਾਂ ਲਈ ਲਿਆਂਦਾ ਗਿਆ ਸੀਗਾ, ਤਦ ਉਹਨਾਂ ਦਾ ਕਾਫੀ ਜਿਹੜਾ ਵਿਰੋਧ ਹੋਣ ਲੱਗਾ ਸੀਗਾ। ਕਾਂਗਰਸੀ ਲੀਡਰ ਕਹਿਣ ਲੱਗ ਗਏ ਸੀ ਪ੍ਰਸ਼ਾਂਤ ਕਿਸ਼ੋਰ ਜਿਹੜਾ ਕੋਈ ਕਾਂਗਰਸ ਅਹੁਦੇਦਾਰ ਨਹੀਂ ਹੈਗਾ, ਉਹ ਪੰਜਾਬ ਦਾ ਜਿਹੜਾ ਦੂਜਾ CM ਬਣ ਕੇ ਵਿਚਰਨ ਲੱਗਾ। ਉਹਨਾਂ ਨੂੰ ਕੋਠੀ ਮਿਲ ਗਈ ਸੀ, ਉਹਨਾਂ ਨੂੰ ਸਟਾਫ ਮਿਲ ਗਿਆ ਸੀ, ਉਹਨਾਂ ਨੂੰ ਦਫ਼ਤਰ ਮਿਲ ਗਿਆ ਸੀ। ਉਹਨਾਂ ਨੇ ਜਿਹੜਾ ਆ ਬਗੈਰ ਤਨਖਾਹ ਤੋਂ ਮੁੱਖ ਮੰਤਰੀ ਦੇ ਜਿਹੜੇ ਸਲਾਹਕਾਰ ਕੰਮ ਕਰਨਾ ਸ਼ੁਰੂ ਕਰਤਾ ਸੀਗਾ, ਪਰ ਛੇਤੀ ਹੀ ਉਹ ਵਾਪਸ ਮੁੜ ਗਏ। ਜੇ ਪ੍ਰਸ਼ਾਂਤ ਕਿਸ਼ੋਰ ਸ਼ਾਇਦ ਪੰਜਾਬ 'ਚ ਰਹਿ ਜਾਂਦੇ ਜਾਂ ਕਾਂਗਰਸ ਜਿਹੜਾ ਅੰਦਰੂਨੀ ਕਲੇਸ਼ ਉਹ ਨਾ ਪੈਂਦਾ, ਤਦ ਹਾਲਾਤ ਜਿਹੜੇ ਆ ਉਹ ਹੋਰ ਹੁੰਦੇ। ਹੁਣ ਇੱਕ ਜਿਹੜੀ ਲਾਸਟ ਗੱਲ ਉਹ ਚੰਦ ਸਿੰਘ ਚੰਨੀ ਹੁਣਾਂ ਬਾਰੇ, ਕਿ ਚੰਦ ਸਿੰਘ ਚੰਨੀ ਹੁਣਾਂ ਦੀ ED ਕੋਲੇ ਤਰੀਕ ਪੈ ਚੁੱਕੀ ਆ। ਆਪਾਂ ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਗੱਲ ਆ ਉਹ 'ਤੇ ਚਰਚਾ ਕਰਦੇ ਆ ਰਹੇ ਹਾਂ ਕਿ ਚੰਨੀ ਦੇ ਹੱਡ ਛੁੱਟਦੇ ਆ ਕਿ ਨਹੀਂ ਛੁੱਟਦੇ, ਇਹ ਪਤਾ ਨਹੀਂ ਹੈ। ਪਰ ਇੱਕ ਗੱਲ ਜਿਹੜੀ ਹੋਰ ਸਾਹਮਣੇ ਆਈ ਆ ਇਹ ਕਿ ED ਵੱਲੋਂ ਚੰਦ ਸਿੰਘ ਚੰਨੀ ਦੇ ਜਿਹੜੇ 2 ਬੇਟੇ ਆ ਉਹਨਾਂ ਨੂੰ ਵੀ ਸਮਨ ਕੀਤਾ ਜਾ ਸਕਦਾ। ਸੋ ਜੇ ED ਤੋਂ ਜਿਵੇਂ ਇਸ ਤਰ੍ਹਾਂ ਦੀਆਂ ਕਨਸੂਆਂ ਮਿਲਦੀਆਂ, ਜੇ ਸਮਨ ਕਰ ਲੈਂਦੇ ਆ ਤਦ ਚੰਨੀ ਜਿਹੜੇ ਪਰਿਵਾਰ ਦੀਆਂ ਜਿਹੜੀਆਂ ਹੈਗੀਆਂ ਸਮੱਸਿਆਵਾਂ ਦਿੱਕਤਾਂ ਆ ਉਹ ਬਹੁਤ ਵੱਧ ਜਾਣਗੀਆਂ, ਕਿਉਂਕਿ ਉਹਨਾਂ ਦਾ ਭਾਣਜਾ ਜਿਹੜਾ ਸਾਲੀ ਦਾ ਬੇਟਾ ਕਿਹਾ ਜਾਂਦਾ ਭੁਪਿੰਦਰ ਸਿੰਘ ਹਨੀ, ਉਹ ਜੇਲ੍ਹ ਵਿੱਚ ਆ। ਉਹਦੇ ਘਰੋਂ ਕਰੋੜਾਂ ਰੁਪਏ ਫੜੇ ਗਏ ਸੀਗੇ, ਕੀਮਤੀ ਸਮਾਨ ਫੜਿਆ ਗਿਆ ਸੀਗਾ, ਤੇ ਹਨੀ ਨੇ ਕਿਹਾ ਸੀਗਾ ਕਿ ਜਿਹੜਾ ਇਹ ਸਾਰਾ ਹੈਗਾ ਸਮਾਨ ਇਹ ਦਾ ਸੰਬੰਧ ਜਿਹੜਾ ਆ ਉਹ ਚੰਦ ਸਿੰਘ ਚੰਨੀ ਨਾਲ ਆ, ਕਿਉਂਕਿ ਪੈਸੇ ਜਾਂ ਤਾਂ ਉੱਚ ਅਧਿਕਾਰੀਆਂ ਤਬਾਦਲੇ ਦੇ ਆ ਤਾਂ ਜਾਂ ਫਿਰ ਜਿਹੜਾ ਹੈਗੇ ਆ ਸੈਂਡ ਮਾਈਨਿੰਗ ਦੇ ਆ, ਭਾਵ ਰੇਤ ਖਨਨ ਦੇ ਆ। ED ਵੱਲੋਂ ਹਾਲ ਦੀ ਘੜੀ ਚੰਦ ਸਿੰਘ ਚੰਨੀ ਦਾ ਜਿਹੜਾ ਕੋਈ ਖਹਿੜਾ ਆ ਉਹ ਛੱਡਿਆ ਨਹੀਂ ਲੱਗਦਾ। ਇੱਥੇ ਦੱਸਦਾ ਕਿ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਆ ਉਹ ਕੁਐਸਚਨ ਜਿਹੜੇ ਆਂਸ ਭੇਜਦੇ ਆ ਸਾਨੂੰ ਕਿ ED ਹੈ ਕੀ ਚੀਜ਼। ਮੈਂ ਇੱਥੇ ਦੱਸਦਾ ਕਿ ED ਦਾ ਮਤਲਬ ਹੈ ਐਨਫੋਰਸਮੈਂਟ ਡਾਇਰੈਕਟੋਰੇਟ। ਇਹ ਇੱਕ ਉਹ ਹੈਗੀ ਆਪਾਂ ਕਹਿ ਦਈਏ ਕਿ ਅਦਾਰਾ ਆ ਜਿਹੜਾ ਕਿਸੇ ਨੂੰ ਵੀ, ਚਾਹੇ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ, ਉਹਨੂੰ ਭ੍ਰਿਸ਼ਟਾਚਾਰ ਰਿਸ਼ਵਤ ਹੇਰਾਫੇਰੀ ਦੇ ਦੋਸ਼ਾਂ ਵਿੱਚ ਜਿਹੜਾ ਆ ਉਹ ਤਲਬ ਕਰ ਸਕਦਾ। ਇਹਦੇ ਵੈਸੇ ਮੈਨੂੰ ਪੱਕਾ ਯਕੀਨ ਨਹੀਂ ਹੈ, ਪਰ ਫਿਰ ਵੀ ਮੈਂ ਦੱਸ ਦਿੰਦਾ ਕਿ ਸ਼ਾਇਦ ED ਦੇ ਘੇਰੇ ਵਿੱਚ ਜਿਹੜਾ ਆ ਉਹ ਰਾਸ਼ਟਰਪਤੀ ਤੇ ਗਵਰਨਰ ਨਹੀਂ ਆਉਂਦੇ। ਸੋ ਜਿਹੜੇ ED ਆ ਉਹ ਕਿਸੇ ਨੂੰ ਵੀ ਤਲਬ ਕਰ ਸਕਦਾ ਜੇ ਉਹਨਾਂ ਨੂੰ ਇਹ ਸੂਹ ਹੋਵੇ ਕਿ ਇਹਦੇ ਕੋਲੇ ਪੈਸਾ ਜਿਹੜਾ ਆ ਉਹ 2 ਨੰਬਰ ਦਾ ਜਾਂ 2 ਨੰਬਰ ਦਾ ਧੰਦਾ ਕਰ ਰਿਹਾ।
ਇਹਦੇ ਨਾਲ ਇੱਕ ਜਿਹੜੀ ਗੱਲ ਹੋਰ ਕਰਨੀ ਬਣਦੀ ਉਹ ਕਿ ਭਗਵੰਤ ਸਿੰਘ ਮਾਨ ਹੁਣੀ ਜਦੋਂ 300 ਯੂਨਿਟ ਬਿਜਲੀ ਦਾ ਐਲਾਨ ਕੀਤਾ ਸੀਗਾ ਤਦ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਇਹ ਖਰਚੇ ਤਾਂ ਚੰਡੀਗੜ੍ਹ ਦੇ ਨਾਲਾਂ ਦੇ ਪਹਾੜਾਂ ਦੀਆਂ ਜੜ੍ਹਾਂ ਦੇ ਵਿੱਚੋਂ ਕੱਢ ਲੈਣਗੇ। ਕਈ ਦਰਸ਼ਕ ਇਹ ਸਵਾਲ ਕਰਦੇ ਆ ਕਿ ਇਹ ਜਿਹੜਾ ਇੱਕ ਉਹਨਾਂ ਨੇ ਭੇਦ ਰੱਖਿਆ ਕਿ ਪਹਾੜਾਂ ਦੀਆਂ ਜੜ੍ਹਾਂ ਚੋਂ ਕੱਢ ਲੈਣਗੇ, ਉਹਦੇ ਅਰਥ ਕੀ ਆ? ਥੋੜ੍ਹਾ ਜਿਹਾ ਸਪਸ਼ਟ ਜਿਹੜਾ ਮੈਂ ਇਹ ਕਰਦਾ ਕਿਉਂਕਿ ਮੇਰੇ ਆਪਣੇ ਜਿਹੜੇ ਕੁਲੀਗ ਆ ਉਹਨਾਂ ਵਿੱਚੋਂ ਮੈਨੂੰ ਕਈਆਂ ਨੇ ਇਹਨੂੰ ਹੋਰ ਸਪਸ਼ਟ ਕਰਨ ਨੂੰ ਕਿਹਾ ਸੀ। ਦੱਸਦਾ ਕਿ ਉਹਨਾਂ ਨੇ ਕਿਸੇ ਦਾ ਸਿੱਧਾ ਨਾਂ ਨਹੀਂ ਲਿਆ, ਪਰ ਮੈਂ ਇੱਥੇ ਦੱਸ ਦਿੰਦਾ ਕਿ ਪਹਾੜਾਂ ਦੀਆਂ ਜੜ੍ਹਾਂ ਵਿੱਚ ਜਾਂ ਤਾਂ ਸੀਸਵਾਂ ਕੋਲੇ ਮਹਿਲ ਪੈਂਦਾ ਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ, ਅਤੇ ਜਾਂ ਜਿਹੜਾ ਪਹਾੜਾਂ ਦੀਆਂ ਜੜ੍ਹਾਂ ਵਿੱਚ ਨਿਊ ਚੰਡੀਗੜ੍ਹ ਵਸਿਆ ਉੱਥੇ ਪੈਂਦਾ ਆ ਸੁਖਬੀਰ ਸਿੰਘ ਬਾਦਲ ਦਾ ਸੁਖ ਵਿਲਾਸ। ਅਤੇ ਇੱਥੇ ਹੋਰ ਵੀ ਦੱਸਦਾ ਕਿ ਨਵੀਆਂ ਖਬਰਾਂ ਇਹ ਵੀ ਆ ਕਿ ਕੁਰਾਲੀ ਔਰ ਸੀਸਮਾਂ ਦੇ ਜਿਹੜਾ ਹੈਗਾ ਇਲਾਕਾ ਇਹਦੇ ਵਿੱਚ ਕਈ ਹਜ਼ਾਰ ਏਕੜ ਜਿਹੜੀ ਦੱਬੀ ਹੋਈ ਆ ਸ਼ਾਮਲੜ ਜ਼ਮੀਨ ਸਿਆਸਤਦਾਨਾਂ ਨੇ ਅਤੇ SGPC ਦੇ ਮੈਂਬਰਾਂ ਦਾ ਵੀ ਉੱਥੇ ਜਿਹੜਾ ਕਬਜ਼ਾ ਆ। ਅਤੇ ਮੈਂ ਦੱਸਦਾ ਇਸ ਗੱਲ ਤੋਂ ਕਿ ਇਸ ਕਬਜ਼ੇ ਤੋਂ ਨਾਂ ਜਿਹੜਾ ਆ ਉਹ ਬੋਲਦਾ ਕਈ IAS ਅਫਸਰਾਂ ਦਾ ਵੀ, ਕਈ IPS ਅਫਸਰਾਂ ਦਾ ਵੀ, ਕਈ ਹੌਲਦਾਰ ਮਾਲ ਜਿਹੜੇ ਅਫਸਰ ਵੀ ਆ ਉਹਨਾਂ ਦਾ ਵੀ। ਸੋ ਭਗਵੰਤ ਸਿੰਘ ਮਾਨ ਹੁਣੀ ਜਿਹੜੀ ਮੁਹਿੰਮ ਆ ਉਹ ਪਹਾੜਾਂ ਦੀਆਂ ਜੜ੍ਹਾਂ ਫਰੋਲਣ ਦੀ ਕਦੋਂ ਸ਼ੁਰੂ ਕਰਦੇ ਆ? ਹਾਲ ਦੀ ਘੜੀ ਉਹ ਰੁੱਝੇ ਹੋਏ ਆ ਸਿਸਟਮ ਨੂੰ ਲੀਹ 'ਤੇ ਲਿਆਉਣ ਲਈ, ਤਬਾਦਲੇ ਕਰਨ ਲਈ। ਕੱਲ੍ਹ ਪਰਸੋਂ 32 IAS ਅਫਸਰ ਬਦਲਤੇ ਗਏ, ਉਦੋਂ ਪਹਿਲਾਂ IPS ਨਾਲ ਬੜੇ ਤਬਾਦਲੇ ਹੋਏ ਆ ਅਤੇ ਉਹਨਾਂ ਦੀ ਕੋਸ਼ਿਸ਼ ਇਹ ਆ ਕਿ ਜਿਹੜੇ ਇਮਾਨਦਾਰ ਅਧਿਕਾਰੀ ਆ ਉਹ ਅੱਗੇ ਲਿਆਂਦੇ ਜਾਣ। ਪਰ ਇੱਥੇ ਇੱਕ ਗੱਲ ਇਹ ਕਹਿਦਾ ਕਿ ਸੱਚਮੁੱਚ ਜੇ ਨਿਰਪੱਖ ਗੱਲ ਕਰਨੀ ਹੋਵੇ ਤਾਂ ਹਾਲ ਦੀ ਘੜੀ ਚਾਹੇ ਉਹਨਾਂ ਨੇ ਗਰੰਟੀਆਂ ਦੇ ਦਿੱਤੀਆਂ, ਕਈ ਸਾਰੇ ਐਲਾਨ ਕਰਤੇ, ਪਰ ਜਿਹੜਾ ਸਿਸਟਮ ਆ ਉਹਨੂੰ ਬਦਲਣ ਨੂੰ ਅਜੇ ਸਮਾਂ ਲੱਗੂਗਾ। ਉਹਨੂੰ ਬਦਲਣ ਲਈ ਸਮਰੱਥਾ ਚਾਹੀਦੀ ਆ, ਉਹਨੂੰ ਬਦਲਣ ਲਈ ਪ੍ਰਸ਼ਾਸਨ ਅਧਿਕਾਰੀਆਂ ਦਾ ਜਿਹੜਾ ਆ ਉਹ ਸਾਥ ਚਾਹੀਦਾ। ਸੋ ਅੱਜ ਦਾ ਜਿਹੜਾ ਖਾਲਸ ਸਪੈਸ਼ਲ ਆ ਇਹਦੇ ਵਿੱਚ ਇੰਨਾ ਹੀ ਕਾਫੀ। ਕੱਲ੍ਹ ਨੂੰ ਗੱਲ ਕਰਾਂਗੇ ਕੁਝ ਨਵੀਆਂ ਖਬਰਾਂ ਉੱਤੇ, ਕੱਲ੍ਹ ਨੂੰ ਨਵੀਆਂ ਖਬਰਾਂ ਨੂੰ ਛੋਵਾਂਗੇ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਣਾਏ ਤੋਂ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।